ਦੁਨੀਆ ਤੇ ਜਿੰਨੇ ਧਾਰਮਿਕ ਮਸਲੇ ਹੁੰਦੇ ਆ ਉਹ ਹੁੰਦੇ ਹੀ ਸੈਂਟੀਮੈਂਟਲ ਹੈ। ਕਿਉਂਕਿ ਧਰਮ ਹੈ ਹੀ ਇੱਕ ਸੈਂਟੀਮੈਂਟ, ਇੱਕ ਭਾਵਨਾ, ਇੱਕ ਇਮੋਸ਼ਨ। ਹੁਣ ਤੁਸੀਂ ਕਿਸੇ ਨੂੰ ਦੱਸਣਾ ਵੀ ਤੁਸੀਂ ਹਿੰਦੂ ਹੋ ਜਾਂ ਤੁਸੀਂ ਮੁਸਲਿਮ ਹੋ, ਤੁਸੀਂ ਕਿਵੇਂ ਦੱਸੋਗੇ? ਤੁਸੀਂ ਆਪਣੇ ਅੰਦਰੋਂ ਕੋਈ ਭੌਤਿਕ ਚੀਜ਼ ਥੋੜੀ ਬਾਹਰ ਕੱਢ ਕੇ ਰੱਖ ਦੋਗੇ, ਹਾਂਜੀ ਵੀ ਆਹ ਮੇਰੇ ਅੰਦਰਲਾ ਹਿੰਦੂਇਜ਼ਮ ਹੈ, ਆਹ ਮੇਰੇ ਅੰਦਰਲਾ ਸਿੱਖੀਜ਼ਮ ਹੈ। ਤੁਸੀਂ ਸਿਰਫ ਆਪਣੀ ਭਾਵਨਾ ਜ਼ਾਹਿਰ ਕਰੋਗੇ। ਹੁਣ ਇਹ ਇੱਕ ਇੱਦਾਂ ਦੀ ਭਾਵਨਾ ਹੈ ਜਿਹੜੀ ਇੱਕ ਤਾਂ ਹਰਟ ਬੜੀ ਆਸਾਨੀ ਨਾਲ ਹੁੰਦੀ ਹੈ, ਜ਼ਖਮੀ ਬਹੁਤ ਛੇਤੀ ਹੁੰਦੀ ਹੈ, ਤੇ ਜਦੋਂ ਜ਼ਖਮੀ ਹੁੰਦੀ ਹੈ ਤੇ ਬੰਦਾ ਹਿੰਸਕ ਹੋ ਜਾਂਦਾ। ਇਹ ਵੱਖਰੀ ਗੱਲ ਹੈ ਵੀ ਜਿਹੜੇ ਧਰਮ ਨੂੰ ਆਪਾਂ ਮੰਨਦੇ ਹੁੰਦੇ ਆ ਉਹ ਕਹਿੰਦਾ ਸ਼ਾਂਤੀ ਰੱਖੋ, ਹਿੰਸਾ ਨਾ ਕਰੋ, ਪਰ ਜਿਹੜੀ ਉਸ ਧਰਮ ਪ੍ਰਤੀ ਭਾਵਨਾ ਹੁੰਦੀ ਹੈ ਉਹ ਬੜੇ ਖਤਰਨਾਕ ਤਰੀਕੇ ਨਾਲ ਹਿੰਸਕ ਹੁੰਦੀ ਹੈ। ਹੁਣ ਚਾਰ ਬੰਦੇ ਖੜੇ ਆ, ਚਾਰਾਂ ਨੇ ਪੱਗਾਂ ਬੰਨੀਆਂ, ਚਾਰੇ ਕਹਿੰਦੇ ਅਸੀਂ ਸਰਦਾਰ ਹਾਂ, ਪਰ ਤੁਹਾਨੂੰ ਪਤਾ ਵੀ ਉਹਨਾਂ ਦੇ ਵਿੱਚੋਂ ਇੱਕ ਬੰਦਾ ਕਿਸੇ ਹੋਰ ਧਰਮ ਨੂੰ ਬਿਲੋਂਗ ਕਰਦਾ। ਤੁਸੀਂ ਕਿਵੇਂ ਪ੍ਰੂਵ ਕਰੋਗੇ? ਤੁਸੀਂ ਉੱਥੇ ਜਾ ਕੇ ਉਸ ਧਰਮ ਬਾਰੇ ਕੁਝ ਮੰਦਾ ਚੰਗਾ ਬੋਲ ਦਿਓ, 2000 ਮਿੰਟਾਂ ਦੇ ਵਿੱਚ ਬੰਦਾ ਤੁਹਾਡੀਆਂ ਲੱਤਾਂ ਭੰਨਣ ਤੱਕ ਆ ਜਾਊ। ਜਦੋਂ ਦੰਗੇ ਹੁੰਦੇ ਆ, ਜਿਵੇਂ 1947 ਦੇ ਵਿੱਚ ਹੋਇਆ ਸੀਗਾ, ਲੋਕਾਂ ਨੇ ਇੱਕ ਦੂਜੇ ਨੂੰ ਕੱਟ ਵੱਢ ਦਿੱਤਾ ਸੀ, ਤੇ ਜਿਹੜੇ ਉਹ ਲੋਕ ਸੀਗੇ ਉਹਨਾਂ ਦੇ ਧਰਮ ਨੇ ਤਾਂ ਨਹੀਂ ਉਹਨਾਂ ਨੂੰ ਸਿਖਾਇਆ ਸੀਗਾ ਵੀ ਤੁਸੀਂ ਜਿਹੜਾ ਨਾਲ ਖੜਾ ਬੰਦਾ ਹੈ ਇਹਨੂੰ ਵੱਢ ਦਿਓ। ਉਹ ਸਿਰਫ ਸੈਂਟੀਮੈਂਟਲ ਹੋ ਗਈ ਸੀ। ਸੋ ਉਹ ਕਿਉਂਕਿ ਇਹ ਭਾਵਨਾ ਹਿੰਸਕ ਹੈ, ਧਾਰਮਿਕ ਹੈ ਜਿਹੜੀ ਹੈ, ਤੇ ਜਿੱਦਾਂ ਹੀ ਉਹਨਾਂ ਦੀਆਂ ਸੈਂਟੀਮੈਂਟਸ ਹਰਟ ਹੋਈਆਂ ਉਹਨਾਂ ਨੇ ਕਤਲੇਆਮ ਸ਼ੁਰੂ ਕਰਤਾ। ਹੁਣ ਜੇ ਰੀਅਲ ਲਾਈਫ 'ਚ ਆਪਾਂ ਦੇਖਾਂਗੇ ਤੇ ਜਿਹੜੀ ਇਹ ਸੈਂਟੀਮੈਂਟ ਹੈ ਇਹਦਾ ਕਿਤੇ ਯੂਜ਼ ਹੀ ਨਹੀਂ ਹੁੰਦਾ। ਤੁਸੀਂ ਜਿਹੜੇ ਕੱਪੜੇ ਪਾਏ ਆ, ਜਿਹੜੀ ਕੁਰਸੀ 'ਤੇ ਤੁਸੀਂ ਬੈਠੇ ਆ, ਜਾਂ ਜਿਹੜੇ ਸੋਫੇ 'ਤੇ ਤੁਸੀਂ ਬੈਠੇ ਆ, ਜਿਹੜਾ ਟੀਵੀ ਤੁਸੀਂ ਦੇਖ ਰਹੇ ਆ, ਜਿਹੜੇ ਫੋਨ 'ਤੇ ਤੁਸੀਂ ਗੱਲ ਕਰਦੇ ਆ, ਜਿਹੜੀ ਗੱਡੀ ਡਰਾਈਵ ਕਰਦੇ ਆ, ਜਿਹੜਾ ਮੋਟਰਸਾਈਕਲ ਚਲਾਉਂਦੇ ਆ ਤੁਸੀਂ, ਇਹਨਾਂ 'ਚੋਂ ਇੱਕ ਵੀ ਚੀਜ਼ ਕਿਸੇ ਧਰਮ ਨੇ ਨਹੀਂ ਬਣਾਈ, ਤੇ ਨਾ ਹੀ ਕੋਈ ਧਰਮ ਇਹ ਕਲੇਮ ਕਰ ਸਕਦਾ ਵੀ ਉਹਦੇ ਧਾਰਮਿਕ ਗ੍ਰੰਥਾਂ ਨੂੰ ਕੰਸਲਟ ਕਰਕੇ ਚੀਜ਼ਾਂ ਬਣੀਆਂ। ਇਹ ਤਾਂ ਸਾਇੰਸ ਨਾਲ ਬਣੀਆਂ। ਪਾਰਲੀਮੈਂਟ ਦੇ ਵਿੱਚ ਜਦੋਂ ਬਜਟ ਪਾਸ ਹੁੰਦਾ ਤੇ ਜਿਹੜੇ ਉਹ ਬੁੱਧੀਜੀਵੀ ਹੁੰਦੇ ਆ ਜਿਨ੍ਹਾਂ ਨੇ ਬਜਟ ਪੇਸ਼ ਕਰਨਾ ਹੁੰਦਾ, ਉਹ ਕੋਈ ਆਪਣੇ ਧਾਰਮਿਕ ਗ੍ਰੰਥ ਖੋਲ ਕੇ ਨਹੀਂ ਬਹਿੰਦੇ ਜਾਂ ਰੱਬ ਅੱਗੇ ਅਰਦਾਸ ਨਹੀਂ ਕਰਦੇ ਵੀ ਰੱਬਾ ਸਾਨੂੰ ਦੱਸ ਵੀ ਸਾਡੀ ਅਗਲੇ ਸਾਲ ਦੀ ਇਨਕਮ ਕਿੰਨੀ ਹੋਊਗੀ ਜਾਂ ਖਰਚਾ ਕਿੰਨਾ ਹੋਊਗਾ। ਉਹ ਸੈੱਟ ਫਾਰਮੂਲੇ ਯੂਜ਼ ਕਰਦੇ ਆ, ਉਹਨਾਂ ਦੇ ਵਿੱਚ ਆਪਣੇ ਨੰਬਰ ਫੀਡ ਕਰਦੇ ਆ, ਉਹ ਪਤਾ ਲੱਗ ਜਾਂਦਾ ਵੀ ਹਾਂਜੀ ਤੇਰੀ ਪ੍ਰੋਜੈਕਟਡ ਇਨਕਮ ਇੰਨੀ ਹੋਣੀ ਚਾਹੀਦੀ ਹੈ, ਖਰਚਾ ਇੰਨਾ, ਤੇਰਾ ਇੰਨੀ ਤੋਂ ਕਰੰਸੀ ਛਪਣੀ ਹੈ। ਇੱਦਾਂ ਹੀ ਜਦੋਂ ਨਾਸਾ ਨੇ ਰਾਕਟ ਦੂਜੇ ਪਲੈਨਟ 'ਤੇ ਭੇਜਣਾ ਹੁੰਦਾ, ਉਹਨਾਂ ਨੇ ਥੱਲੇ ਪਾਦਰੀ ਨਹੀਂ ਬਿਠਾਏ ਹੁੰਦੇ ਵੀ ਜਿਹੜੇ ਪੂਜਾ ਕਰਦੇ ਆ ਵੀ ਰੱਬਾ ਵੀ ਸਾਡਾ ਰਾਕਟ ਪਹੁੰਚ ਜੇ ਉੱਥੇ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਾਇੰਟਿਸਟ ਬੈਠੇ ਹੁੰਦੇ ਆ ਜਿਹੜੀਆਂ ਇੰਨੀਆਂ ਲੰਬੀਆਂ ਕੈਲਕੂਲੇਸ਼ਨ ਕਰਦੇ ਆ ਕੰਪਿਊਟਰ 'ਤੇ ਵੀ ਤੁਸੀਂ ਸੋਚ ਵੀ ਨਹੀਂ ਸਕਦੇ। ਇੱਕ ਮੂਵੀ ਆ ਹਿਡਨ ਫਿਗਰਸ, ਜੇ ਕਿ ਦੇਖਣ ਦਾ ਮੌਕਾ ਮਿਲੇ ਤਾਂ ਉਹਨੂੰ ਦੇਖਿਓ। ਉਹਦੇ ਵਿੱਚ ਐਕਚੁਅਲ 'ਚ ਸਟੋਰੀ ਕਲੀਅਰ ਹੁੰਦੀ ਹੈ ਵੀ ਨਾਸਾ ਦੇ ਵਿੱਚ ਕਿੰਨੀਆਂ ਲੰਬੀਆਂ ਕੈਲਕੂਲੇਸ਼ਨ ਹੁੰਦੀਆਂ। ਹੁਣ ਜੇ ਇੱਕ ਕੰਟਰੀ ਹੈ ਕੋਈ, ਉਹਨੇ ਮਿਜ਼ਾਈਲ ਸਿੱਟਣੀ ਹੈ ਕਿਸੇ ਦੂਜੇ ਕੰਟਰੀ 'ਤੇ, ਸੋ ਉਹਨੂੰ ਪਤਾ ਹੈ ਮੇਰਾ ਟਾਰਗੇਟ ਆਹ ਹੈ, ਸੋ ਉਹ ਅਰਦਾਸਾਂ ਕਰਕੇ ਨਹੀਂ ਮਿਜ਼ਾਈਲ ਭੇਜਦਾ ਉੱਥੇ। ਉਹ ਕੰਪਿਊਟਰ ਦੇ ਵਿੱਚ ਉਹਦਾ ਐਡਰੈਸ ਫੀਡ ਕਰਦਾ ਵੀ ਆਹ ਲੈਟੀਟਿਊਡ, ਆਹ ਲੌਂਗੀਟਿਊਡ ਹੈ, ਇਹਨੂੰ ਹਿੱਟ ਕਰ। ਕੰਪਿਊਟਰ ਖੁਦ ਕੈਲਕੂਲੇਟ ਕਰਦਾ ਵੀ ਮੈਂ ਮਿਜ਼ਾਈਲ ਨੂੰ ਇਹ ਸਪੀਡ 'ਤੇ ਭੇਜੂੰਗਾ, ਮੇਰੀ ਆਹ ਟ੍ਰੈਜੈਕਟਰੀ ਹੋਊਗੀ, ਤੇ ਮਿਜ਼ਾਈਲ ਉੱਥੇ ਹੀ ਜਾ ਕੇ ਡਿੱਗੂਗੀ, ਤੇ ਉੱਥੇ ਹੀ ਡਿੱਗਦੀ ਹੈ ਜਾ ਕੇ ਉਹ। ਸੋ ਕੋਈ ਵੀ ਏਰੀਆ ਇੱਦਾਂ ਦਾ ਤੁਹਾਨੂੰ ਮਿਲੂਗਾ ਨਹੀਂ ਜਿੱਥੇ ਤੁਹਾਡੀਆਂ ਇਹ ਸੈਂਟੀਮੈਂਟਸ ਜਾਂ ਆਪਣੇ ਜਿਹੜੇ ਧਰਮ ਨੇ ਇਹਨਾਂ ਚੀਜ਼ਾਂ ਦਾ ਕੋਈ ਆਨਸਰ ਕਰਦੇ ਹੋਣ ਜਾਂ ਇਹ ਹੈਲਪਫੁਲ ਹੁੰਦੇ ਹੋਣ ਕਿਸੇ ਪਾਸੇ। ਜਦੋਂ ਆਪਾਂ ਇਹ ਸੈਂਟੀਮੈਂਟਸ ਇੱਕ ਸੱਭਿਅਕ ਤਰੀਕੇ ਨਾਲ ਐਕਸਪ੍ਰੈਸ ਕਰਨੀਆਂ ਹੁੰਦੀਆਂ ਤੇ ਆਪਾਂ ਮੰਦਿਰ ਗੁਰਦੁਆਰੇ ਜਾਂਦੇ ਹਾਂ। ਜੇ ਤੁਸੀਂ ਮੰਦਿਰ ਗੁਰਦੁਆਰੇ ਨੋਟਿਸ ਕਰੋਗੇ ਤੇ ਤੁਹਾਨੂੰ ਜਿਹੜੇ ਅਮੀਰ ਲੋਕ ਨੇ ਇਹ ਉੱਥੇ ਨਹੀਂ ਲੱਭਣਗੇ। ਇੱਥੇ ਤੁਹਾਨੂੰ ਮਿਡਲ ਕਲਾਸ ਮਿਲੂਗੀ, ਅਪਰ ਮਿਡਲ ਕਲਾਸ ਹੋਣੀ ਹੈ, ਲੋਅਰ ਮਿਡਲ ਕਲਾਸ ਹੋਣੀ ਹੈ, ਜਾਂ ਗਰੀਬ ਲੋਕ ਹੋਣੇ ਆ। ਅਮੀਰ ਲੋਕਾਂ ਕੋਲ ਇਹਨਾਂ ਧਰਮਾਂ ਕਰਮਾਂ ਲਈ ਤਾਂ ਟਾਈਮ ਹੀ ਨਹੀਂ, ਉਹਨਾਂ ਨੇ ਸਿਰਫ ਪੈਸੇ ਕਮਾਉਣੇ ਆ, ਉਹਨਾਂ ਨੇ ਤਾਂ ਅੱਗੇ ਵਧਣਾ। ਜੇ ਤੁਸੀਂ ਇੰਡੀਆ ਦੀ ਗੱਲ ਕਰ ਲਓ, ਇੰਡੀਆ ਦਾ ਜਿਹੜਾ ਮੁਕੇਸ਼ ਅੰਬਾਨੀ ਹੈ, ਇੰਡੀਆ ਦੀ GDP ਦਾ 10% ਇਕੱਲਾ ਇਸੇ ਬੰਦੇ ਕੋਲ ਹੀ ਹੈ, ਤੇ ਜਿਹੜੀ ਇਹਦੀ ਵੈਲਥ ਹੈ, ਜਿਹੜਾ ਨੰਬਰ ਬਣਦਾ ਨਾ 10%, ਇਹ ਬਣਦਾ 25-26 ਟ੍ਰਿਲੀਅਨ। ਮਤਲਬ ਕਿ ਇਹ ਏਡਾ ਵੱਡਾ ਨੰਬਰ ਹੈ, ਜਦੋਂ ਅਸੀਂ ਕੈਲਕੂਲੇਟਰ 'ਤੇ ਟਾਈਪ ਕਰਦੇ ਹਾਂ ਤੇ ਕੈਲਕੂਲੇਟਰ ਐਰਰ ਦੇ ਜਾਂਦਾ। ਹੁਣ ਜੇ ਲੋਕ ਕਹਿੰਦੇ ਆ ਵੀ ਇਹ ਧਰਮਾਂ ਕਰਮਾਂ ਦੇ ਵਿੱਚ ਬੰਦਾ ਵਿਸ਼ਵਾਸ ਕਰਦਾ, ਪਰ ਮੈਂ ਕਹਿੰਦਾ ਨਹੀਂ ਕਰਦਾ। ਮੈਂ ਕਿਉਂ ਕਹਿੰਦਾ? ਇਹ ਜਿਹੜੀ ਵੈਲਥ ਹੈ, ਜਿਹੜੀ ਇੰਨੀ ਜਿਹੜੀ ਪ੍ਰਾਪਰਟੀ ਹੈ, ਇੰਨਾ ਪੈਸਾ ਇਹਦੇ ਕੋਲ, ਜੇ ਸਿਰਫ ਇਹਦਾ 10% ਵੀ ਡੋਨੇਟ ਕਰੇ ਨਾ ਤੇ 50 ਤੋਂ 60 ਲੱਖ ਤੱਕ ਘਰ ਬਣਦਾ ਉਹਦਾ। ਮਤਲਬ ਇਹ ਹੈ ਕਿ ਬੰਬੇ ਦਾ ਜਿੰਨਾ ਸਲਮ ਏਰੀਆ, ਹਰ ਇੱਕ ਫੈਮਿਲੀ ਨੂੰ ਉਹ ਇੱਕ 2 BHK ਘਰ ਬਣਾ ਕੇ ਦੇ ਸਕਦਾ, ਪਰ ਉਹ ਨਹੀਂ ਦੇ ਰਿਹਾ।
ਜੇ ਉਹ 10% ਐਵਰੀ ਈਅਰ ਵੀ ਡੋਨੇਟ ਕਰਦਾ ਰਹੇ ਤਾਂ ਵੀ ਉਹਦੀ ਵੈਲਥ ਘਟਣੀ ਨਹੀਂ, ਵਧੀ ਜਾਣੀ ਹੈ, ਕਿਉਂਕਿ ਅਗਲੇ ਕੁਝ ਇੱਕ ਸਾਲਾਂ ਦੇ ਵਿੱਚ ਇਹ ਬੰਦਾ ਦੁਨੀਆ ਦਾ ਸਭ ਤੋਂ ਵੱਧ ਰਿਚ ਪਰਸਨ ਬਣਨ ਜਾ ਰਿਹਾ, ਪਰ ਉਹ ਨਹੀਂ ਡੋਨੇਟ ਕਰ ਰਿਹਾ। ਕਿਉਂ? ਕਿਉਂਕਿ ਉਹਦੇ ਕੋਲ ਇਹਨਾਂ ਚੀਜ਼ਾਂ ਬਾਰੇ ਸੋਚਣ ਦਾ ਟਾਈਮ ਹੀ ਹੈ ਨਹੀਂ। ਇਹਨਾਂ ਲੋਕਾਂ ਕੋਲ ਇੰਨਾ ਕਿੱਥੇ ਟਾਈਮ ਹੈ ਵੀ ਸਾਡਾ ਹਿੰਦੂਇਜ਼ਮ ਖਤਰੇ 'ਚ ਹੈ ਜਾਂ ਸਿੱਖਇਜ਼ਮ ਖਤਰੇ 'ਚ ਹੈ। ਇਹਨਾਂ ਨੇ ਤਾਂ ਇਹ ਦੇਖਣਾ ਵੀ ਅੱਜ ਮੈਂ 50 ਕਰੋੜ ਲਾਇਆ, ਇਹਦੇ ਵਿੱਚ 50 ਕਰੋੜ ਕਮਾਇਆ, ਹੁਣ ਉਸ 50 ਕਰੋੜ ਦਾ ਕੀ ਕਰਨਾ, ਉਹਦਾ 100 ਕਰੋੜ ਕਿਵੇਂ ਬਣਾਉਣਾ। ਸੋ ਇਹ ਤਾਂ ਸਾਡੀ ਜਿਹੜੀ ਮਿਡਲ ਕਲਾਸ ਹੈ ਇਹੀ ਇਹਨਾਂ ਸੈਂਟੀਮੈਂਟਸ ਨੂੰ ਆਪਣੇ ਕੋਲ ਲੈ ਕੇ ਬੈਠੀ ਰਹਿੰਦੀ ਹੈ। ਤੇ ਅਸੀਂ ਲੋਕ ਜਿਹੜੇ ਸੈਂਟੀਮੈਂਟਲ ਹੋ ਜਾਂਦੇ ਹਾਂ ਧਰਮ ਨੂੰ ਲੈ ਕੇ, ਪੂਰੇ ਦਿਨ ਦੇ ਵਿੱਚ ਸਾਨੂੰ ਕਿਸੇ ਨੂੰ ਯਾਦ ਨਹੀਂ ਹੁੰਦਾ ਵੀ ਅਸੀਂ ਹਿੰਦੂ ਹਾਂ ਜਾਂ ਅਸੀਂ ਸਿੱਖ ਹਾਂ। ਤੁਹਾਨੂੰ ਕਿੰਨੇ ਵਾਰੀ ਯਾਦ ਆਇਆ ਪੂਰੇ ਦਿਨ ਦੇ ਵਿੱਚ ਵੀ ਤੁਸੀਂ ਹਿੰਦੂ ਹੋ ਜਾਂ ਤੁਸੀਂ ਸਿੱਖ ਹੋ? ਜਿਹੜੀ ਸਭ ਤੋਂ ਵੱਧ ਸੈਂਟੀਮੈਂਟਲ ਹੋਣ ਵਾਲੀ ਸੈਗਮੈਂਟ ਹੈ ਨਾ, ਇਹ ਸਵੇਰੇ ਜਦੋਂ ਘਰੋਂ ਨਿਕਲਦੀ ਹੈ ਇਹ ਪੂਰਾ ਆਪਣਾ ਪਾਠ ਪੂਜਾ ਕਰਦੀ ਹੈ। ਫਿਰ ਇਹੀ ਲੋਕ ਆ ਜਿਹੜੇ ਸਰਕਾਰੀ ਦਫ਼ਤਰਾਂ 'ਚ ਜਾਂਦੇ ਆ ਤੇ ਉੱਥੇ ਜਦੋਂ ਫਿਰ ਰਿਸ਼ਵਤ ਮੰਗਦੇ ਆ, ਰਿਸ਼ਵਤ ਲੈਂਦੇ ਆ, ਤੇ ਇਹਨਾਂ ਦੇ ਨਾ ਦਿਲ ਕੰਬਦੇ ਆ ਨਾ ਇਹਨਾਂ ਦੇ ਹੱਥ ਕੰਬਦੇ ਆ। ਕਿਉਂ? ਕਿਉਂਕਿ ਇਹਨਾਂ ਨੂੰ ਧਰਮ ਯਾਦ ਹੀ ਨਹੀਂ ਹੁੰਦਾ। ਧਰਮ ਯਾਦ ਕਦੋਂ ਆਉਂਦਾ? ਜਦੋਂ ਕੋਈ ਮੰਦਿਰ ਢਾਇਆ ਜਾਂਦਾ, ਕੋਈ ਮਸਜਿਦ ਢਾਈ ਜਾਂਦੀ ਹੈ, ਜਾਂ ਕੋਈ ਇੱਦਾਂ ਦਾ ਵੀਡੀਓ ਆ ਜਾਂਦਾ, ਉਦੋਂ ਯਾਦ ਆਉਂਦਾ ਵੀ ਅਸੀਂ ਹਿੰਦੂ ਹਾਂ, ਅਸੀਂ ਸਿੱਖ ਹਾਂ। ਅਦਰਵਾਈਜ਼ ਸਾਨੂੰ ਕਿਸੇ ਨੂੰ ਯਾਦ ਨਹੀਂ ਰਹਿੰਦਾ ਵੀ ਧਰਮ ਕੀ ਹੈ। ਸੋ ਆਪਾਂ ਮਿਡਲ ਕਲਾਸ ਲੋਕ ਹੀ ਹਨ ਜਿਹੜੇ ਧਰਮ ਨੂੰ ਲੈ ਕੇ ਸੈਂਟੀਮੈਂਟਲ ਹੋਏ ਨੇ ਤੇ ਵਾਇਲੈਂਟ ਤਰੀਕੇ ਨਾਲ ਸੈਂਟੀਮੈਂਟਲ ਹੁੰਦੇ ਆ। ਜਿੰਨੇ ਵੀ ਹਿਸਟਰੀ ਦੇ ਵਿੱਚ ਦੰਗੇ ਹੋਏ ਆ ਜਾਂ ਫਸਾਦ ਹੋਏ ਆ, ਉਹਨਾਂ ਦੇ ਵਿੱਚ ਅਮੀਰ ਲੋਕ ਨਹੀਂ ਮਰੇ, ਉਹਨਾਂ ਦੇ ਵਿੱਚ ਆਮ ਲੋਕ ਮਰੇ ਆ, ਮਿਡਲ ਕਲਾਸ ਮਰੀ ਆ ਉਹਨਾਂ ਦੇ ਵਿੱਚ। 1947 ਦੇ ਵਿੱਚ ਦੰਗੇ ਹੋਏ ਸੀ, ਤੁਹਾਨੂੰ ਕੀ ਲੱਗਦਾ ਵੀ ਉਹਦੇ 'ਚ ਅਮੀਰ ਤਬਕਾ ਸੀਗਾ? ਨਹੀਂ, ਆਮ ਲੋਕ ਸੀਗੇ। ਇਹੀ ਉਹ ਲੋਕ ਹੁੰਦੇ ਆ ਜਿਹੜੇ ਧਰਮ ਨੂੰ ਭਾਵਨਾਤਮਕ ਤੌਰ ਤੇ ਜਿਉਂਦੇ ਆ। ਅਖੀਰ ਦੇ ਵਿੱਚ ਬਸ ਇਹੀ ਹੈ ਵੀ ਧਰਮ ਨੂੰ ਐਜ਼ ਏ ਟੀਚਰ ਲੈ ਕੇ ਚੱਲੋ। ਜੇ ਤੁਸੀਂ ਕਿਸੇ ਮੰਦਿਰ ਗੁਰਦੁਆਰੇ ਜਾਂਦੇ ਆ ਤੇ ਉੱਥੇ ਧਾਰਮਿਕ ਐਜੂਕੇਸ਼ਨ ਲੈਣ ਜਾਓ, ਨਾ ਕਿ ਸਿਰਫ ਆਪਾਂ ਉੱਥੇ ਮੱਥਾ ਟੇਕ ਕੇ ਤੇ ਪ੍ਰਸ਼ਾਦ ਖਾ ਕੇ ਮੁੜ ਆਉਣਾ।